ਕੇਂਦਰ ਸਰਕਾਰ ਹਲੇ ਕਿਸਾਨਾਂ ਦਾ ਉਹ ਰੋਹ ਦੇਖਣਾ ਚਾਹੁੰਦੀ ਹੈ, ਕਿਉਂਕਿ ਕਿਸਾਨਾਂ ਦਾ ਰੋਹ ਹੈ ਜਿਹੜਾ ਹੁਣ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਇੱਕ ਨਾ ਇੱਕ ਦਿਨ ਮੋਦੀ ਨੂੰ ਆਪ ਇਹ ਕਾਲ ਕਰਨੀ ਪੈਣੀ ਹੈ ਕਿ ਕਿਸਾਨ ਜਥੇਬੰਦੀਆਂ ਆ ਕੇ ਮੇਰੇ ਨਾਲ ਟੇਬਲ ਤੇ ਗੱਲ ਕਰਨ, ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਅਫਸਰਸ਼ਾਹੀ ਦੀ ਚਿੱਠੀ ਜਿਹੜੀ ਭੇਜੀ, ਉਹ ਸਾਡੀ ਜਿਹੜੇ ਆਗੂ ਸੀ ਕਿਸਾਨ ਜਥੇਬੰਦੀਆਂ ਦੇ ਉਹਨਾਂ ਨੇ ਰੱਦ ਕੀਤੀ। ਹੁਣ ਮੋਦੀ ਜਾਂ ਜਿਹੜਾ ਖੇਤੀਬਾੜੀ ਮਿਨਿਸਟਰ ਹੈ ਆਲ ਇੰਡੀਆ ਦਾ, ਉਹਦੇ ਵੱਲੋਂ ਕੋਈ ਮੈਸੇਜ ਜਾਂ ਸੁਨੇਹਾ ਸਾਨੂੰ ਪਹੁੰਚੂਗਾ ਤਾਂ ਸਾਡੇ ਆਗੂ ਉਹ 'ਤੇ ਵਿਚਾਰ ਕਰਨਗੇ। ਇਹ ਗੱਲ ਮੋਦੀ ਨੂੰ ਜ਼ਰੂਰ ਕਰਨੀ ਪੈਣੀ ਹੈ, ਅੱਜ ਕਰ ਲਵੇ ਚਾਹੇ ਕੱਲ੍ਹ ਕਰ ਲਵੇ। ਸਾਡਾ ਜੋ ਕਿਸਾਨਾਂ ਦਾ ਰੋਸ ਹੈ ਦਿਨ ਪਰ ਦਿਨ ਉਹ ਵੱਧਦਾ ਜਾ ਰਿਹਾ। ਉਹ ਸਾਨੂੰ ਅਣਜਾਣ ਨਾ ਸਮਝਣ। ਕਿਸਾਨ ਹੁਣ ਅਨਪੜ੍ਹ ਨਹੀਂ ਰਿਹਾ, ਕਿਸਾਨ ਪੜ੍ਹਿਆ ਲਿਖਿਆ ਹੈ। ਕਿਸਾਨ ਆਗੂਆਂ ਨੇ, ਬਲਬੀਰ ਸਿੰਘ ਰਾਜੇਵਾਲ ਜੀ ਨੇ ਦੇਖਿਆ ਵੀ ਸਾਨੂੰ ਕੋਈ ਸਮਾਂ ਨਹੀਂ ਦੇ ਰਿਹਾ, ਮੀਟਿੰਗ ਦਾ ਸਮਾਂ ਸਮਾਪਤ ਹੋਣ ਵਾਲਾ ਹੈ, ਤਾਂ ਉਹ ਖੜੇ ਹੋ ਕੇ ਦਰਵਾਜ਼ੇ ਦੇ ਕੋਲ ਚਲੇ ਗਏ। ਉਹ ਕੁੰਡੀ ਲਾ ਕੇ ਖੜ ਗਏ ਤਾਂ ਉਹਨਾਂ ਨੂੰ ਉੱਥੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਕਿਹਾ ਜੀ ਇਹ ਕੀ ਹੈ। ਕਹਿੰਦਾ ਮੈਨੂੰ ਪਤਾ ਹੁਣ ਮੀਟਿੰਗ ਖਤਮ ਹੋਣ ਵਾਲੀ ਹੈ, ਤੁਸੀਂ ਸਾਨੂੰ ਇੱਥੇ ਚਾਹ ਦਾ ਕੱਪ ਪਿਲਾਉਣ ਵਾਸਤੇ ਬੁਲਾਇਆ ਸੀ, ਅਸੀਂ ਇੱਦਾਂ ਨਹੀਂ ਹੋਣ ਦਿਆਂਗੇ, ਸਾਡੀ ਗੱਲ ਸੁਣੀ ਜਾਵੇ ਤਾਂ ਹੀ ਅਸੀਂ ਕੁੰਡੀ ਖੋਲਾਂਗੇ। 50 ਸਾਲ ਲੀਜ਼ ਤੇ ਲੈਂਡ ਸੰਭਾਲ ਦਿਓ, ਅਸੀਂ ਇਹਨੂੰ ਡਿਵੈਲਪ ਕਰ ਦਾਂਗੇ, ਔਰ ਜਿਹੜਾ ਕਿਸਾਨ ਕਰਜ਼ਾਈ ਹੈ ਉਹ ਅਸੀਂ ਉਹਨੂੰ ਠੇਕਾ ਜੋ ਸਰਕਾਰ ਚਾਹੇ ਮਾਰਕੀਟ ਰੇਟ ਤੋਂ ਉੱਪਰ ਉਹ ਅਸੀਂ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦੇਵਾਂਗੇ, ਸਰਕਾਰ ਕਿਸਾਨ ਨੂੰ ਦੇ ਦੇਵੇ। ਔਰ ਇਹ ਅਸੀਂ ਵੀ ਪੈਸਾ ਲਾਣਾ, ਇਨਵੈਸਟ ਕਰਨਾ, ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਸਰਮਾਇਆ ਵੀ ਸਿਕਿਉਰ ਰਹੇ, ਵੀ ਸਾਡਾ ਜਿਹੜਾ ਕੰਮ ਹੈ ਉਹਦੇ 'ਚ ਕਿਸਾਨ ਦਖਲ ਨਾ ਦੇਵੇ। ਜੇ ਉਹ ਕੰਮ ਕਰਨਾ ਚਾਹੇ ਬਤੌਰ ਮਜ਼ਦੂਰ ਹੋ ਕੇ ਉਹ ਕੰਮ ਕਰ ਸਕਦਾ ਹੈ, ਲੇਕਿਨ ਸਾਡੇ ਕੰਮ 'ਚ ਦਖਲ ਨਾ ਦੇਵੇ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਨੂੰ, ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਦੋਸਤੋ, ਸਾਡੇ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕੇਂਦਰ ਸਰਕਾਰ ਨੇ ਜੋ 3 ਆਰਡੀਨੈਂਸ ਪਾਸ ਕੀਤੇ ਸੀ 5 ਜੂਨ ਨੂੰ, ਜੋ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਹੁਣ ਕਾਨੂੰਨ ਬਣ ਗਏ ਨੇ, ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਥਾਂ ਸੰਘਰਸ਼ ਵਿਰੋਧ ਹੋ ਰਹੇ ਨੇ ਤੇ 31 ਕਿਸਾਨ ਜਥੇਬੰਦੀਆਂ ਦਾ ਅਲਾਇੰਸ ਹੈ, ਜਿਨ੍ਹਾਂ ਦੀ ਕਾਲ ਤੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਾਂ ਰੋਕੀਆਂ ਹੋਈਆਂ ਨੇ, ਰੇਲ ਲਾਈਨਾਂ ਬਿਲਕੁਲ ਬੰਦ ਕੀਤੀਆਂ ਹੋਈਆਂ ਨੇ। ਤੁਸੀਂ ਪਲ ਪਲ ਦੀ ਖਬਰ ਦੇਖ ਰਹੇ ਹੋ ਸਾਡੇ ਚੈਨਲ ਜਰੀਏ ਕਿ ਕਿਸਾਨਾਂ ਦੀ ਮੂਵਮੈਂਟ ਰਣਨੀਤੀ ਕੀ ਹੈ। ਆਓ ਗੱਲ ਕਰਦੇ ਹਾਂ ਕਿਸਾਨਾਂ ਨਾਲ। ਅੱਜ ਵੀ ਅਸੀਂ ਮੌਜੂਦ ਹਾਂ ਸ਼ੰਭੂ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ। ਅਸੀਂ ਇੱਥੋਂ ਅੰਬਾਲਾ ਹਰਿਆਣਾ ਦੀ ਹੱਦ ਬਿਲਕੁਲ ਕਰੀਬ ਹੈ। ਉਹ ਪੰਜਾਬ ਤੇ ਹਰਿਆਣਾ ਜਿਹੜਾ 1 ਨਵੰਬਰ 1966 ਨੂੰ ਪੰਜਾਬ ਹੋਂਦ ਦੇ ਵਿੱਚ ਆਇਆ ਸੀ, ਉਸੇ ਸਰਹੱਦ ਦੇ ਹੱਦ ਦੇ ਨੇੜੇ ਫਿਰ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ। ਸਾਡੇ ਨਾਲ ਤੁਸੀਂ ਦੇਖ ਸਕਦੇ ਹੋ, ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਸਵੇਰੇ ਹੀ ਕਿਸਾਨ ਧਰਨੇ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਨੇ। ਉਹ ਕਿਸਾਨ ਜੋ ਆਪਣੇ ਕੰਮਕਾਰ, ਆਪਣੇ ਕੰਮ ਧੰਦੇ ਛੱਡ ਕੇ ਇਸ ਗੱਲ ਲਈ ਆਪਣਾ ਸੰਘਰਸ਼ ਕਰ ਰਹੇ ਨੇ ਕਿ ਕੇਂਦਰ ਸਰਕਾਰ ਨੇ ਜੋ ਆਰਡੀਨੈਂਸ ਪਾਸ ਕੀਤੇ ਸੀ, ਜੋ ਹੁਣ ਕਾਨੂੰਨ ਬਣ ਗਏ ਨੇ, ਉਹ ਵਾਪਸ ਕੀਤੇ ਜਾਣ। ਆਓ ਗੱਲ ਕਰਦੇ ਹਾਂ ਇੱਥੇ ਮੌਜੂਦ ਕਿਸਾਨਾਂ ਨਾਲ। ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ, ਇੱਕ ਕਿਹਾ ਜਾਂਦਾ ਹੈ ਕਿ ਸਰਕਾਰ ਵੱਲੋਂ ਕੋਈ ਮੇਲ ਜਾਂ ਚਿੱਠੀ ਵੀ ਆਈ ਸੀ, ਉਹ ਇੰਨੇ ਮਾਇਨੇ ਨਹੀਂ ਸੀ ਰੱਖਦੀ ਤੇ ਕਿਸਾਨ ਜਥੇਬੰਦੀਆਂ ਨੂੰ ਉਹਨੂੰ ਨਕਾਰਤਾ ਕਿ ਅਸੀਂ ਗੱਲ ਕਰ ਨਹੀਂ ਜਾਵਾਂਗੇ। ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਰਵੱਈਆ ਕਿਉਂ ਨਹੀਂ ਅਪਣਾਇਆ? ਕੇਂਦਰ ਸਰਕਾਰ ਹਲੇ ਕਿਸਾਨਾਂ ਦਾ ਉਹ ਰੋਹ ਦੇਖਣਾ ਚਾਹੁੰਦੀ ਹੈ, ਕਿਉਂਕਿ ਕਿਸਾਨਾਂ ਦਾ ਰੋਹ ਹੈ ਜਿਹੜਾ ਹੁਣ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਇੱਕ ਨਾ ਇੱਕ ਦਿਨ ਮੋਦੀ ਨੂੰ ਆਪ ਇਹ ਕਾਲ ਕਰਨੀ ਪੈਣੀ ਹੈ ਕਿ ਕਿਸਾਨ ਜਥੇਬੰਦੀਆਂ ਆ ਕੇ ਮੇਰੇ ਨਾਲ ਟੇਬਲ ਤੇ ਗੱਲ ਕਰਨ, ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਅਫਸਰਸ਼ਾਹੀ ਦੀ ਚਿੱਠੀ ਜਿਹੜੀ ਭੇਜੀ, ਉਹ ਸਾਡੀ ਜਿਹੜੇ ਆਗੂ ਸੀ ਕਿਸਾਨ ਜਥੇਬੰਦੀਆਂ ਦੇ ਉਹਨਾਂ ਨੇ ਰੱਦ ਕੀਤੀ। ਹੁਣ ਮੋਦੀ ਜਾਂ ਜਿਹੜਾ ਖੇਤੀਬਾੜੀ ਮਿਨਿਸਟਰ ਹੈ ਆਲ ਇੰਡੀਆ ਦਾ, ਉਹਦੇ ਵੱਲੋਂ ਕੋਈ ਮੈਸੇਜ ਜਾਂ ਸੁਨੇਹਾ ਸਾਨੂੰ ਪਹੁੰਚੂਗਾ ਤਾਂ ਸਾਡੇ ਆਗੂ ਉਹ 'ਤੇ ਵਿਚਾਰ ਕਰਨਗੇ। ਇਹ ਗੱਲ ਮੋਦੀ ਨੂੰ ਜ਼ਰੂਰ ਕਰਨੀ ਪੈਣੀ ਹੈ, ਅੱਜ ਕਰ ਲਵੇ ਚਾਹੇ ਕੱਲ੍ਹ ਕਰ ਲਵੇ। ਸਾਡਾ ਜੋ ਕਿਸਾਨਾਂ ਦਾ ਰੋਸ ਹੈ ਦਿਨ ਪਰ ਦਿਨ ਉਹ ਵੱਧਦਾ ਜਾ ਰਿਹਾ। ਕਿਸਾਨਾਂ ਦਾ ਅਗਲਾ ਹੁਣ ਪੜਾਅ ਕੀ ਹੋਵੇਗਾ? ਸਾਡਾ ਪੜਾਅ ਦੇਖੋ 15 ਤੱਕ ਤਾਂ ਅਸੀਂ ਰੇਲ ਟਰੈਕਾਂ 'ਤੇ ਬੈਠੇ ਹੀ ਹਾਂ। ਹੁਣ 15 ਨੂੰ ਫਿਰ ਸਾਡੇ ਆਗੂਆਂ ਦੀ ਮੀਟਿੰਗ ਹੈ, ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਹ ਫੈਸਲੇ ਦੇ ਮੁਤਾਬਕ ਅਗਲਾ ਪੜਾਅ ਫਿਰ 15 ਤਰੀਕ ਤੋਂ ਬਾਅਦ ਦੱਸ ਸਕਦੇ ਹਾਂ। 15 ਤੱਕ ਤਾਂ ਸਾਡਾ ਇਸੇ ਥਾਂ 'ਤੇ ਧਰਨਾ ਜਾਰੀ ਰਹੂਗਾ। ਇਹ ਧਰਨਾ ਉਦੋਂ ਤੱਕ ਹੀ ਜਾਰੀ ਰਹੂਗਾ ਤਕਰੀਬਨ ਜਿੰਨੀ ਦੇਰ ਤੱਕ ਅਸੀਂ ਇਹ ਕਾਲੇ ਕਾਨੂੰਨ ਜਿਹੜੇ ਬਣਾਏ ਹੈ ਇਹ ਰੱਦ ਨਹੀਂ ਕਰਾ ਲੈਂਦੇ। ਕਿਸਾਨ ਚੈਨ ਨਾਲ ਨਹੀਂ ਬੈਠਣਗੇ, ਸਾਨੂੰ ਜੋ ਮਰਜ਼ੀ ਕੁਰਬਾਨੀ ਕਰਨੀ ਪਵੇ। ਤੁਸੀਂ ਕਾਰਨ ਕਿਉਂ ਮੰਨਦੇ ਹੋ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਪੰਜਾਬ ਦੇ ਲਈ ਕਿਉਂ ਬਣਾਏ? ਪੰਜਾਬ ਤੇ ਹਰਿਆਣਾ ਜੋ MSP ਜਿੱਥੇ ਵੀ ਹੈ, ਕਿਸਾਨ ਡਰਦੇ ਨੇ ਕਿ ਸਾਡੀ MSP ਚਲੀ ਜਾਣੀ ਹੈ। ਇਹ ਫਿਰ ਇਕਨੋਮੀ ਤੇ ਹਮਲਾ ਕਿਉਂ, ਖੇਤੀ ਇਕਨੋਮੀ ਤੇ? ਇਹ ਹਮਲਾ ਤਾਂ ਇਸ ਤਰ੍ਹਾਂ ਦਾ, ਜੋ ਮੋਦੀ ਸਰਕਾਰ ਹੈ, ਜੋ ਮੋਦੀ ਨੂੰ ਬਣਾਉਣ ਵਾਲੇ ਨੇ ਅਡਾਨੀ, ਅਬਾਨੀ, ਕੋਆਪਰੇਟ ਘਰਾਣੇ, ਇਹਨੂੰ ਆਪਣੇ ਕਿਸਾਨ ਮਜ਼ਦੂਰਾਂ ਦੀ ਸਰਕਾਰ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਸਰਕਾਰ ਇਹ ਕੋਆਪਰੇਟ ਘਰਾਣੇ ਦੀ ਹੈ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਦੋਨੇ ਸਟੇਟਾਂ ਦੀ ਜਿਹੜੀ ਕਿਸਾਨ ਹੈ ਉਹਨਾਂ ਦੀ ਜ਼ਮੀਨਾਂ
ਜ਼ਬਰਦਸਤੀ ਹਥਿਆ ਕੇ ਉਹਨਾਂ ਤੇ ਜ਼ਬਰਦਸਤੀ ਲੋਨ ਕਰਾ ਕੇ ਉਹ ਕੋਆਪਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ। ਇਹ ਦੋ ਸੂਬੇ ਹੀ ਸੀ ਜਿਹੜੇ ਪਹਿਲਾਂ ਮੰਡੀਕਰਨ MSC ਨਾਲ ਜੁੜੇ ਹੋਏ ਨੇ, ਇਸ ਕਰਕੇ ਇਹ ਦੋ ਸੂਬਿਆਂ ਦੀ ਜਿਹੜੀ ਜ਼ਮੀਨ ਹੈ ਉਹ ਕੋਆਪਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦਾ। ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਸੰਘਰਸ਼ਾਂ ਨੂੰ, ਸਰਕਾਰਾਂ ਨੂੰ? ਕੀ ਅਖੀਰ ਦੇ ਵਿੱਚ ਪੰਜਾਬ ਸੰਘਰਸ਼ ਦੇ ਉੱਤੇ ਰਾਹ ਤੇ ਹੈ? ਕਿਸਾਨੀ ਕਰਕੇ ਇਹ ਸੰਘਰਸ਼ ਲਗਾਤਾਰ ਬਰਕਰਾਰ ਹੈ। ਕਿਸਾਨਾਂ ਦਾ ਤੁਹਾਡਾ ਕੀ ਕਹਿਣਾ? ਦੇਖੋ, ਮੈਂ ਸਭ ਤੋਂ ਪਹਿਲਾਂ ਸਵਾਗਤ ਕਰਦਾ, ਧੰਨਵਾਦ ਕਰਦਾ ਗਲੋਬਲ ਟੀਵੀ ਦਾ ਕਿ ਜਿਹੜੀ ਉਹ ਸਾਡੀ ਆਵਾਜ਼ ਪੂਰੀ ਦੁਨੀਆ ਤੱਕ ਔਰ ਕੇਂਦਰ ਸਰਕਾਰ ਤੱਕ ਪਹੁੰਚਾ ਰਹੇ ਨੇ। ਮੈਂ ਬਹੁਤ ਧੰਨਵਾਦੀ ਹਾਂ। ਤੇ ਜਿਹੜੀ ਗੱਲ ਹੁਣ ਸਾਡੇ ਸੰਘਰਸ਼ ਦੀ ਹੈ, ਇਹ ਸੰਘਰਸ਼ ਤਾਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਚੱਲਦੇ ਆਏ ਨੇ, ਕਿਉਂਕਿ ਪੰਜਾਬ ਨੂੰ ਤਾਂ ਹਮੇਸ਼ਾ ਹੀ ਇੱਕ ਮਤਰੇਈ ਮਾਂ ਦੇ ਸਲੂਕ ਦੇ ਤਰ੍ਹਾਂ ਸਾਡੇ ਨਾਲ ਵਤੀਰਾ ਕੀਤਾ ਗਿਆ। ਤੇ ਹੁਣ ਜਿਹੜਾ ਇਹ ਪਹਿਲਾਂ ਛੋਟੇ ਅੰਦੋਲਨ, ਛੋਟੇ ਮੋਟੇ ਕੰਮਾਂ ਦੇ ਨਾਲ ਆਪਾਂ ਉਹਨਾਂ ਨੂੰ ਜੂਝਦੇ ਰਹੇ ਹਾਂ ਔਰ ਵੱਡੇ ਸਫਲ ਅੰਦੋਲਨ ਲੜੇ ਨੇ, ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਆਪਣੇ ਕਿਸਾਨਾਂ ਦੇ ਸਹਿਯੋਗ ਦੇ ਨਾਲ। ਲੇਕਿਨ ਹੁਣ ਜਿਹੜਾ ਇਹ ਕੀਤਾ ਇਹਨਾਂ ਨੇ ਬੜਾ ਜਾਣ ਬੁੱਝ ਕੇ, ਬੜੇ ਸੋਚੀ ਸਮਝੀ ਚਾਲ ਦੇ ਨਾਲ ਕੀਤਾ ਹੈ। ਇਹ ਹੁਣ ਤੋਂ ਨਹੀਂ ਹੋਇਆ, ਇਹਦੇ ਤੇ ਜਿਹੜਾ ਪੜਾਅਵਾਰ ਕੰਮ ਚੱਲ ਰਿਹਾ ਹੈ ਉਹ 90 ਦੇ ਦਹਾਕੇ ਤੋਂ ਚੱਲ ਰਿਹਾ। ਜਦੋਂ ਡੰਕਲ ਪ੍ਰਪੋਜ਼ਲ ਆਇਆ ਉਦੋਂ ਵੀ ਇਹੀ ਸਿਸਟਮ ਸੀ ਉਹਦੇ ਵਿੱਚ। ਉਹ ਤੋਂ ਬਾਅਦ ਅਸੀਂ ਉਹਦਾ ਸਖਤ ਵਿਰੋਧ ਕੀਤਾ। ਉਹ ਤੋਂ ਡੰਕਲ ਪ੍ਰਪੋਜ਼ਲ ਕੀ ਸੀ? ਡੰਕਲ ਪ੍ਰਪੋਜ਼ਲ ਇਹੀ ਜਿਹੜੀ ਕੌਮੀ ਕੰਪਨੀਆਂ ਬਾਹਰੋਂ ਆਉਣੀ ਸੀ, ਉਹਨਾਂ ਦੇ ਤਹਿਤ ਇਹ ਸਾਰਾ ਖੇਤੀ ਸੈਕਟਰ ਉਹਨਾਂ ਨੂੰ ਸੰਭਾਲਣਾ ਸੀ ਔਰ ਉਹ ਤੋਂ ਬਾਅਦ ਉਹਦਾ ਅਸੀਂ ਵਿਰੋਧ ਕੀਤਾ। ਉਹ ਤੋਂ ਬਾਅਦ ਇਹਨਾਂ ਨੇ ਉਹਦੀ ਸ਼ਕਲ ਬਦਲ ਕੇ ਫਿਰ ਗੱਟ ਸਮਝੌਤਾ ਰੱਖਤਾ। ਗੱਲ ਉਹੀ ਸੀ, ਉਹ ਇੱਕ ਬਦਲ ਕੇ ਸੀ, ਉਹਦਾ ਭੇਸ ਬਦਲ ਕੇ ਉਹਦਾ ਵੀ ਅਸੀਂ ਸਖਤ ਵਿਰੋਧ ਕੀਤਾ। ਤੇ ਉਹ ਤੋਂ ਬਾਅਦ ਇਹ ਫਿਰ ਇਹਨੂੰ ਬਦਲ ਕੇ ਇਹਨਾਂ ਨੇ WTO ਰੱਖਤਾ ਇਹਦਾ ਨਾਂ। ਉਹ ਗੱਲ ਉਹੀ ਹੈ। ਇਹ ਸਾਰੀ ਵਿਸ਼ਵ ਦੀ ਸੰਸਥਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਿਹਨੂੰ ਆਪਾਂ WTO ਕਹਿੰਦੇ ਆ, ਤਾਂ ਉਹਦੇ ਤਹਿਤ ਹੀ ਸਾਰੇ ਦੇਸ਼ ਦੀ ਜਿਹੜੀ ਪ੍ਰਾਪਰਟੀ ਆ, ਜਿਹੜੀ ਖੇਤੀ ਆ, ਜਿਹੜੀ ਅਸਲੀ ਜਿਹੜੀ ਨਜ਼ਰ ਹੈ ਨਹੀਂ ਐਗਰੀਕਲਚਰ ਪ੍ਰੋਡਿਊਸ ਤੇ, ਉਹ ਜਿਹੜਾ ਹੁਣ ਅਡਾਨੀਆਂ ਨੂੰ ਸੰਭਾਇਆ। ਤੇ ਨਾਲ ਹੀ ਅਬਾਨੀ ਕਹਿੰਦੇ ਨੇ, ਇੱਕ 2017 ਦੇ ਵਿੱਚ ਸਾਡੀ ਨੀਤੀ ਆਯੋਗ ਨਾਲ ਮੀਟਿੰਗ ਹੋਈ ਸੀ ਦਿੱਲੀ 'ਚ। ਉੱਥੇ ਵੱਡੇ ਘਰਾਣਿਆਂ ਦੇ ਜਿਹੜੇ CEO ਉਹਦੇ 'ਚ ਬੈਠੇ ਸੀ ਤੇ ਕੇਂਦਰ ਸਰਕਾਰ ਦੇ ਵੱਡੇ ਅਧਿਕਾਰੀ ਨਾਲ ਸੀ ਔਰ ਸਾਡੇ ਜਿਹੜੇ ਕਿਸਾਨ ਆਗੂ ਉਹਦੇ 'ਚ 3 ਸ਼ਾਮਲ ਹੋਏ ਸੀ। ਪੰਜਾਬ ਤੋਂ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਔਰ ਰਾਜਸਥਾਨ ਤੋਂ ਰਾਮਪਾਲ ਜਾਟ ਜੀ, ਇੱਕ ਮਹਾਰਾਸ਼ਟਰ ਤੋਂ ਵਿਜੇ ਦਵੰਜੀਆ ਜੀ। ਇਹ ਤਿੰਨੇ ਨੇਤਾ ਕਿਸਾਨਾਂ ਦੇ ਬਹੁਤ ਹੀ ਸਿਆਣੇ ਔਰ ਬਹੁਤ ਸੂਝਵਾਨ ਨੇ। ਉਹ ਸਾਰੀ ਨਜ਼ਰ ਰੱਖਦੇ ਨੇ ਵੀ ਕੀ ਬਾਹਰਲੀ ਕੰਟਰੀਆਂ ਦੇ ਵਿੱਚ ਖੇਤੀ ਤੇ ਹੋ ਰਿਹਾ, ਖੇਤੀ ਨੀਤੀਆਂ ਕਿੱਦਾਂ ਬਣਦੀਆਂ ਨੇ ਔਰ ਕਿੱਥੇ ਕਿਸਾਨ ਨੂੰ ਸੱਟ ਵੱਜਦੀ ਹੈ, ਕਿੱਥੇ ਉਹਨਾਂ ਨੂੰ ਲਾਭ ਪਹੁੰਚਦਾ, ਉਹ ਸਾਰਾ ਗਿਆਨ ਰੱਖਦੇ ਨੇ। ਆਪਣੇ ਕੰਟਰੀ ਦੇ ਵਿੱਚ ਵੀ, ਆਪਣੇ ਪੰਜਾਬ ਦੇ ਵਿੱਚ ਵੀ ਸਾਰੇ ਕਿਸਾਨ ਨੇਤਾ ਇਹ ਰੱਖਦੇ ਨੇ ਗਿਆਨ। ਉਹ ਸਾਨੂੰ ਅਣਜਾਣ ਨਾ ਸਮਝਣ। ਕਿਸਾਨ ਹੁਣ ਅਨਪੜ੍ਹ ਨਹੀਂ ਰਿਹਾ, ਕਿਸਾਨ ਪੜ੍ਹਿਆ ਲਿਖਿਆ ਹੈ। ਤੇ ਉਹਦੇ ਤਹਿਤ ਹੀ ਉਹਨਾਂ ਨੇ ਮੀਟਿੰਗ 'ਚ ਉੱਥੇ ਸੱਦ ਕੇ ਉਹ ਫਾਰਮੈਲਿਟੀ ਵੀ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਮੀਟਿੰਗ 2 ਘੰਟੇ ਦਾ ਸਮਾਂ ਸੀ, ਹੋਰ ਸਾਰਿਆਂ ਨੂੰ ਸਮਾਂ ਦਿੱਤਾ, ਲੇਕਿਨ ਕਿਸਾਨ ਆਗੂਆਂ ਨੂੰ ਨਾ ਸਮਾਂ ਦੇ ਕੇ ਜਦੋਂ ਕਿਸਾਨ ਆਗੂਆਂ ਨੇ, ਬਲਬੀਰ ਸਿੰਘ ਰਾਜੇਵਾਲ ਜੀ ਨੇ ਦੇਖਿਆ ਵੀ ਸਾਨੂੰ ਕੋਈ ਸਮਾਂ ਨਹੀਂ ਦੇ ਰਿਹਾ, ਮੀਟਿੰਗ ਦਾ ਸਮਾਂ ਸਮਾਪਤ ਹੋਣ ਵਾਲਾ ਹੈ, ਤਾਂ ਉਹ ਖੜੇ ਹੋ ਕੇ ਦਰਵਾਜ਼ੇ ਦੇ ਕੋਲ ਚਲੇ ਗਏ। ਉਹ ਕੁੰਡੀ ਲਾ ਕੇ ਖੜ ਗਏ। ਤਾਂ ਉਹਨਾਂ ਨੇ ਉੱਥੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਕਿਹਾ ਜੀ ਇਹ ਕੀ ਹੈ? ਕਹਿੰਦਾ ਮੈਨੂੰ ਪਤਾ ਹੁਣ ਮੀਟਿੰਗ ਖਤਮ ਹੋਣ ਵਾਲੀ ਹੈ, ਤੁਸੀਂ ਸਾਨੂੰ ਇੱਥੇ ਚਾਹ ਦਾ ਕੱਪ ਪਿਲਾਉਣ ਵਾਸਤੇ ਬੁਲਾਇਆ ਸੀ, ਅਸੀਂ ਇੱਦਾਂ ਨਹੀਂ ਹੋਣ ਦਿਆਂਗੇ, ਸਾਡੀ ਗੱਲ ਸੁਣੀ ਜਾਵੇ ਤਾਂ ਹੀ ਅਸੀਂ ਕੁੰਡੀ ਖੋਲਾਂਗੇ। ਤਾਂ ਉਹਦੇ ਮੁਤਾਬਕ ਫਿਰ ਉਹ ਗੱਲ ਹੋਈ ਉੱਥੇ। ਤਾਂ ਗੱਲ ਹੋਣ ਤੋਂ ਉਪਰੰਤ ਸਾਰੀ ਸਥਿਤੀ ਸਪਸ਼ਟ ਹੋਈ। ਉਹ ਜਿਹੜੀ ਗੱਲ ਉਹਦੇ 'ਚ ਹੋਈ, ਚਰਚਾ ਹੋਈ 2 ਘੰਟੇ, ਉਹ ਕਹਿੰਦੇ ਸੀ ਕਿ ਕਹਿੰਦਾ ਵੀ ਸਾਰੇ ਦੇਸ਼ ਦਾ ਕਿਸਾਨ ਹੁਣ ਕਰਜ਼ਈ ਹੋ ਗਿਆ, ਉਹ ਖੇਤੀ 'ਚ ਹੋਰ ਡਿਵੈਲਪ ਨਹੀਂ ਕਰ ਸਕਦਾ। ਉੱਥੇ ਗੱਲ ਹੋਈ ਸੀ, ਨੀਤੀ ਆਯੋਗ ਨੇ ਇਹ ਮੀਟਿੰਗ ਸੱਦੀ ਸੀ ਕਿ ਜੇ ਖੇਤੀ ਦੀ ਗਰੋਥ ਹੈ, ਇਹਦੇ 'ਚ ਖੜੋਤ ਆ ਗਈ, ਇਹਨੂੰ ਤੋੜਨ ਦੇ ਲਈ ਖੇਤੀ ਦੇ ਵਿੱਚ ਇਨਵੈਸਟ ਕਰਨਾ ਜ਼ਰੂਰੀ ਹੈ। ਤੇ ਇਨਵੈਸਟ ਕਿਸਾਨ ਕੋਲ ਪੈਸਾ ਨਹੀਂ ਕਿ ਉਹ ਇਨਵੈਸਟ ਕਰ ਸਕੇ, ਇਹਦੇ ਵਿੱਚ ਕਾਰਪੋਰੇਟ ਘਰਾਣੇ ਇਨਵੈਸਟ ਕਰਨਗੇ। ਫਿਰ ਕਾਰਪੋਰੇਟ ਘਰਾਣਿਆਂ ਦਾ ਹੈੱਡ ਖੜਾ ਹੋਇਆ, ਉਹਦਾ ਕਹਿਣਾ ਸੀ ਕਿ ਅਸੀਂ ਇੱਕੋ ਸ਼ਰਤ 'ਤੇ ਇਨਵੈਸਟ ਕਰਾਂਗੇ ਕਿ ਸਾਨੂੰ 5-5, 7-7 ਹਜ਼ਾਰ ਦੇ ਕਲਸਟਰ ਬਣਾ ਕੇ ਦਿੱਤੇ ਜਾਣ ਤਾਂ ਜੋ ਅਸੀਂ ਖੇਤੀ ਕਰ ਸਕੀਏ। ਇਹ ਗੱਲ ਹੋਈ ਸੀ ਖੇਤੀ ਆਯੋਗ ਦੀ ਮੀਟਿੰਗ ਦੇ ਵਿੱਚ। ਤਾਂ ਉੱਥੇ ਫਿਰ ਸਾਰੀ ਗੱਲ ਇਹ ਹੋਈ, ਉਹ ਕਹਿੰਦੇ ਵੀ ਸਾਨੂੰ 50 ਸਾਲ ਲੀਜ਼ ਤੇ ਲੈਂਡ ਸੰਭਾਲ ਦਿਓ, ਅਸੀਂ ਇਹਨੂੰ ਡਿਵੈਲਪ ਕਰ ਦਾਂਗੇ ਔਰ ਜਿਹੜਾ ਕਿਸਾਨ ਕਰਜ਼ਈ ਹੈ ਉਹ ਅਸੀਂ ਉਹਨੂੰ ਠੇਕਾ ਜੋ ਸਰਕਾਰ ਚਾਹੇ ਮਾਰਕੀਟ ਰੇਟ ਤੋਂ ਉੱਪਰ ਉਹ ਅਸੀਂ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦੇਵਾਂਗੇ, ਸਰਕਾਰ ਕਿਸਾਨ ਨੂੰ ਦੇ ਦੇਵੇ ਔਰ ਇਹ ਅਸੀਂ ਵੀ ਪੈਸਾ ਲਾਣਾ, ਇਨਵੈਸਟ ਕਰਨਾ, ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਸਰਮਾਇਆ ਵੀ ਸਿਕਿਉਰ ਰਹੇ। ਉਹ ਇੱਕ ਸ਼ਰਤ ਸੀ, ਕਹਿੰਦਾ ਉਹ ਸਾਡੀ ਸ਼ਰਤ ਹੈ, ਉਹ ਇਹ ਹੈ ਵੀ ਸਾਡਾ ਜਿਹੜਾ ਕੰਮ ਹੈ ਉਹਦੇ 'ਚ ਕਿਸਾਨ ਦਖਲ ਨਾ ਦੇਵੇ। ਜੇ ਉਹ ਕੰਮ ਕਰਨਾ ਚਾਹੇ ਬਤੌਰ ਮਜ਼ਦੂਰ ਹੋ ਕੇ ਉਹ ਕੰਮ ਕਰ ਸਕਦਾ ਹੈ, ਲੇਕਿਨ ਸਾਡੇ ਕੰਮ 'ਚ ਦਖਲ ਨਾ ਦੇਵੇ। ਉਹ ਸਾਡੇ ਵਾਸਤੇ ਬਹੁਤ ਮਾਰੂ ਗੱਲ ਸੀ, ਅਸੀਂ ਉਹਨੂੰ ਨਕਾਰਿਆ ਕਿਉਂਕਿ
ਇੱਕ ਲਾਅ ਵੀ ਬਣਿਆ ਸੁਪਰੀਮ ਕੋਰਟ ਦੇ ਵਿੱਚ ਕਿ ਜੇ 12 ਸਾਲ ਜ਼ਮੀਨ ਕਿਸੇ ਤੇ ਲੀਜ਼ ਤੇ ਲਿਖਤੀ ਤੌਰ ਤੇ ਚਲੀ ਜਾਵੇ ਉਹ ਤੋਂ ਬਾਅਦ ਮਾਲਕ ਨਹੀਂ ਰਹਿ ਜਾਂਦਾ। ਉਹ ਮੰਗਦੇ ਨੇ 50 ਸਾਲ ਦੇ ਵਾਸਤੇ, ਤਾਂ ਅਸੀਂ ਇਹ ਸਾਡੇ ਵਾਸਤੇ ਮਾਰੂ ਹੈ। ਇਹ ਸਾਡੀ ਮਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਅਸੀਂ ਹੋਣ ਨਹੀਂ ਦੇਣਾ। ਜੇਕਰ ਸਰਕਾਰਾਂ ਟਸ ਤੋਂ ਮਸ ਨਹੀਂ ਹੁੰਦੀਆਂ ਨੇ ਤਾਂ ਫਿਰ ਕਿਸਾਨੀ ਸੰਘਰਸ਼ ਅੱਗੇ ਕਿਵੇਂ ਲੜਿਆ ਜਾਵੇਗਾ? ਦੇਖੋ, ਆਪਾਂ ਜਿਹੜਾ ਸੰਘਰਸ਼ ਹੈ, ਪਹਿਲਾਂ ਵੀ ਸੰਘਰਸ਼ ਅਸੀਂ ਸ਼ਾਂਤਮਈ ਢੰਗ ਨਾਲ ਔਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਲੜੇ ਨੇ। ਹੁਣ ਵੀ ਅਸੀਂ ਇਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਅੰਦੋਲਨ ਅੱਗੇ ਤੇਜ਼ ਕਰਦੇ ਰਹਾਂਗੇ ਔਰ ਕਦੇ ਵੀ ਅਸੀਂ ਹਿੰਸਾ 'ਚ ਕੋਈ ਵਿਸ਼ਵਾਸ ਨਹੀਂ ਰੱਖਿਆ, ਨਾ ਹੀ ਕਦੀ ਐਸੇ ਵਾਇਲੈਂਟ ਹੋਏ ਆ। ਇਹਨੂੰ ਹੋਰ ਤਿੱਖਾ ਕਰਾਂਗੇ। ਸਾਡੀ ਪੰਜਾਬ ਕੋਆਰਡੀਨੇਟਰ ਕਮੇਟੀ ਦੀ ਮੀਟਿੰਗ ਹੈ ਅੱਜ, ਉਹਦੇ 'ਚ ਜੋ ਫੈਸਲੇ ਲਈ ਜਾਣਗੇ, ਅੱਗੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਏਗੀ, ਉਹਦੇ ਮੁਤਾਬਕ ਅਸੀਂ ਉਹ ਜਾਰੀ ਰੱਖਾਂਗੇ। ਅੱਜ ਕਿੰਨੇ ਜਥੇਬੰਦੀਆਂ ਦੀ ਮੀਟਿੰਗ ਹੈ? ਅੱਜ ਸਾਰੀਆਂ ਸਾਡੀ 30 ਜਥੇਬੰਦੀਆਂ ਦੀ ਮੀਟਿੰਗ ਹੈ ਬਰਨਾਲੇ 'ਚ। ਉੱਥੇ ਸਾਰੀਆਂ ਵਿਚਾਰਾਂ ਹੋਣਗੀਆਂ, ਉਹ ਤੋਂ ਬਾਅਦ ਅਗਲਾ ਪ੍ਰੋਗਰਾਮ ਅਸੀਂ ਦੇਵਾਂਗੇ। ਅਜਮੇਰ ਸਿੰਘ ਲੱਖੋਵਾਲ ਹੁਣ ਫਿਰ ਕਿਵੇਂ ਕੀ ਪ੍ਰੋਗਰਾਮ ਹੈ? ਨਹੀਂ, ਉਹਨੂੰ ਆਪਾਂ ਕੱਢਤਾ ਹੈ ਜਥੇਬੰਦੀਆਂ 'ਚੋਂ, ਕਿਉਂਕਿ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ। ਉਹਨੂੰ ਅਸੀਂ ਸੱਦਿਆ ਮੀਟਿੰਗ 'ਚ ਕਿ ਉਹ 'ਤੇ ਬੈਨ ਲਾਇਆ। ਜਦੋਂ ਤੱਕ ਤੂੰ ਪਟੀਸ਼ਨ ਵਾਪਸ ਨਹੀਂ ਲੈ ਲੈਂਦਾ, ਉਹ 'ਤੇ ਬੈਨ ਵੀ ਲਾਇਆ। ਉਹ ਤੂੰ ਪ੍ਰੈਸ ਨੋਟ ਨਹੀਂ ਦੇ ਸਕਦਾ। ਉਸ ਦਿਨ ਦੀ ਉਹਦੀ ਜ਼ੁਬਾਨ ਬੰਦ ਹੈ ਔਰ ਜ਼ੁਬਾਨ ਬੰਦ ਹੀ ਰਹੇਗੀ। ਜੋ ਲੱਖੋਵਾਲ ਵੱਲੋਂ ਪਾਇਆ ਗਿਆ ਸੀ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਜੋ। ਦੇਖੋ, ਲੱਖੋਵਾਲ ਦਾ ਜਿਹੜਾ ਪਿਛੋਕੜ ਰਿਹਾ ਉਹ ਬਹੁਤ ਕਰੀਬੀ ਬਾਦਲ ਦੇ ਨਜ਼ਦੀਕੀ ਰਿਹਾ। ਆਪਾਂ 10 ਸਾਲ ਦੇਖਿਆ, ਉਹਨੇ ਕੈਬਨਿਟ ਦਾ ਰੈਂਕ ਮਾਣਿਆ। ਇਹ ਜਿਹੜੀ ਰਿਟ ਪਟੀਸ਼ਨ ਪਾਈ ਵੀ ਗਈ ਹੈ, ਸਾਡੀ 31 ਕਿਸਾਨ ਜਥੇਬੰਦੀਆਂ ਦੀ ਜਿਹੜੀ ਸਾਂਝੀ ਕਮੇਟੀ ਬਣੀ ਹੈ, ਉਹਨਾਂ ਨੂੰ ਵੀ ਉਹਨਾਂ ਨੇ ਭਿਣਕ ਨਹੀਂ ਪੈਣ ਦਿੱਤੀ, ਕਿਉਂਕਿ ਉਹਨੂੰ ਲੱਖੋਵਾਲ ਨੂੰ ਬਾਦਲ ਨੇ ਸੱਦਿਆ। ਬਾਦਲ ਦੇ ਕਹਿਣ 'ਤੇ ਉਹਨੇ ਰਿਟ ਪਾਈ। ਬੀਜੇਪੀ ਸਰਕਾਰ 'ਚੋਂ ਚਾਹੇ ਅਕਾਲੀ ਦਲ ਅੱਜ ਵੀ ਕਹਿੰਦੇ ਅਸੀਂ ਬਾਹਰ ਆ ਗਏ, ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਪਰ ਉਹਨਾਂ ਦੀ ਅੰਦਰ ਖਾਤੇ ਗੱਲ ਇੱਕ ਹੈ। ਮੋਦੀ ਦੇ ਕਹਿਣ 'ਤੇ ਹੀ ਬਾਦਲ ਨੇ ਲੱਖੋਵਾਲ ਨੂੰ ਸੱਦ ਕੇ ਪਟੀਸ਼ਨ ਪਵਾਈ, ਕਿਉਂਕਿ ਅਸੀਂ ਜਾਣਦੇ ਹਾਂ ਸੁਪਰੀਮ ਕੋਰਟ ਵੀ ਮੋਦੀ ਦੇ ਅੰਡਰ ਹੈ। ਉਹਨੇ ਕਹਿ ਦੇਣਾ, ਕਿਸਾਨਾਂ ਨੂੰ ਵਿਸ਼ਵਾਸ ਦਵਾ ਦੇਣਾ ਵੀ ਦੇਖੋ ਹੁਣ ਕੋਰਟ 'ਚ ਰਿਟ ਪੈ ਗਈ, ਜੋ ਕੋਰਟ ਫੈਸਲਾ ਕਰੇਗਾ ਮੈਨੂੰ ਮਨਜ਼ੂਰ ਹੈ। ਇਸ ਕਰਕੇ ਜੋ ਲੱਖੋਵਾਲ ਨੇ ਰਿਟ ਪਾਈ ਹੈ, ਇਹ ਕਿਸਾਨਾਂ ਨਾਲ ਗਦਾਰੀ ਕੀਤੀ ਹੈ। ਇਹਨੇ ਪਹਿਲਾਂ ਵੀ ਗਦਾਰੀ ਕੀਤੀ ਹੈ। ਕਿਸਾਨ ਇਸ ਇਨਸਾਨ ਨੂੰ ਕਦੇ ਨਹੀਂ ਬਖਸ਼ਣਗੇ, ਕਿਉਂਕਿ ਇਹਦੀ ਜਥੇਬੰਦੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੋਰ ਸਾਰੇ ਆਪਣੇ ਆਪਣੇ ਅਸਤੀਫੇ ਦੇ ਕੇ ਇਸ ਕਿਸਾਨ ਸੰਘਰਸ਼ 'ਚ ਇਕੱਲੇ ਤੌਰ 'ਤੇ ਕੁੱਦ ਗਏ ਨੇ, ਚਾਹੇ ਉਹ ਕਿਸੇ ਜਥੇਬੰਦੀ 'ਚ ਸ਼ਾਮਲ ਹੋ ਰਹੇ ਨੇ। ਇਸ ਨੂੰ ਲੇਕਿਨ ਇਹ 'ਤੇ ਕੋਈ ਇਤਬਾਰ ਨਹੀਂ ਕਿਸਾਨ ਜਥੇਬੰਦੀਆਂ ਕਰਨਗੇ। ਤੁਸੀਂ ਸਾਡੇ ਚੈਨਲ ਜਰੀਏ ਕਿਸਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਜਿੱਥੇ ਜਿੱਥੇ ਵੀ ਕਿਸਾਨ ਜਥੇਬੰਦੀਆਂ ਦੇ ਇਹੋ ਜਿਹੇ ਮੋਰਚੇ ਰੇਲਵੇ ਟਰੈਕ 'ਤੇ ਲੱਗੇ, ਧਰਨੇ ਲੱਗੇ ਹੈ, ਆਪਣੇ ਪਿੰਡਾਂ 'ਚੋਂ ਕਿਸਾਨ ਵੱਧ ਤੋਂ ਵੱਧ ਸਮੂਲੀਅਤ ਕਰਨ, ਕਿਉਂਕਿ ਇਹ ਧਰਨਾ ਇੱਕ ਅੱਧੇ ਦਿਨ ਦਾ ਨਹੀਂ, ਲੜਾਈ ਸਾਡੀ ਲੰਬੀ ਹੋ ਸਕਦੀ ਹੈ। ਦੇਰ ਰਾਤ ਦਾ ਧਰਨਾ ਅਸੀਂ ਇੱਥੋਂ ਵੀ ਅਪੀਲ ਕਰਦੇ ਹਾਂ, ਤੁਹਾਡੇ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਵੀ ਜਿਹੜੇ ਕਿਸਾਨ ਦਿਨ 'ਚ ਨਹੀਂ ਆ ਸਕਦੇ, ਰਾਤ ਨੂੰ ਆ ਜਾਓ, ਜਿਹੜੇ ਰਾਤ ਨੂੰ ਦਿਨੇ ਆ ਜਾਓ। ਇਹ ਕਿਸਾਨਾਂ ਦੇ ਜਿਹੜੇ ਧਰਨੇ ਨੇ 30 ਜਥੇਬੰਦੀਆਂ ਦੇ, ਇਹ 'ਚ ਵੱਧ ਤੋਂ ਵੱਧ ਸਮੂਲੀਅਤ ਕਰੀਏ। ਤੁਹਾਡੇ ਚੈਨਲ ਰਾਹੀਂ ਇਹੀ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ। ਕੋਈ ਸਾਡੇ ਵੱਲੋਂ ਗੱਲ ਪੁੱਛਣੀ ਰਹਿ ਗਈ ਹੋਵੇ, ਤੁਸੀਂ ਆਪਣੇ ਵੱਲੋਂ ਕਹਿਣੀ ਚਾਹੋ? ਦੇਖੋ, ਜਦੋਂ ਵੀ ਕਦੇ ਵੀ ਕਿਸਾਨੀ ਨੂੰ ਮਾਰ ਪਈ ਹੈ ਜਾਂ ਕੋਈ ਮਤਲਬ ਸਾਡੇ ਵਾਸਤੇ ਕਾਨੂੰਨ ਲਾਗੂ ਕੀਤਾ ਗਿਆ, ਉਹ ਸੁਧਾਰਾਂ ਦੇ ਨਾਂ 'ਤੇ ਹੀ ਕੀਤਾ ਗਿਆ, ਲੇਕਿਨ ਉਹ ਕਦੇ ਸਾਨੂੰ ਪੁੱਛਿਆ ਨਹੀਂ ਗਿਆ। ਉਹਦੇ 'ਚ ਲੋਕਤੰਤਰ ਦੇਸ਼ ਦੇ ਵਿੱਚ ਜਮਹੂਰੀਅਤ ਹੈ। ਹੁਣ ਵੀ ਜਿਹੜੇ ਆ ਬਿੱਲ ਸੀ ਜਿਨ੍ਹਾਂ ਨੂੰ ਹੁਣ ਕਾਨੂੰਨ ਦੇ ਵਿੱਚ ਤਬਦੀਲ ਕੀਤਾ ਗਿਆ, ਇਹ ਮੈਂ ਪੋਲੀਟੀਕਲ ਸਾਇੰਸ ਪੜ੍ਹੀ ਹੈ, ਉਹਦੇ 'ਚ ਬਕਾਇਦਾ ਲਿਖਿਆ ਹੋਇਆ ਸਾਰਾ, ਮੈਂ ਬੜਾ ਗਿਆਨ ਰੱਖਦਾ ਇਹਦਾ। ਇਹਦੇ ਵਿੱਚ ਕਦੇ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਹੈ ਜਿਹੜਾ ਲੋਕਾਂ ਦੇ ਹਿੱਤ 'ਚ ਗੱਲ ਕੀਤੀ ਜਾਵੇ, ਉਹਦੇ 'ਚ ਲੋਕਾਂ ਦੀ ਸ਼ਮੂਲੀਅਤ ਕੋ, ਉਹਨਾਂ ਦੇ ਆਗੂ, ਉਹਨਾਂ ਤੋਂ ਪੁੱਛਿਆ ਜਾਵੇ, ਉਹਨਾਂ ਦੀ ਰਾਏ ਲਈ ਜਾਂਦੀ ਹੈ। ਲੇਕਿਨ ਇਹ ਜਿਹੜੇ ਬਿੱਲ ਨੇ, ਨਾ ਕਿਸੇ ਆਗੂ ਦੀ, ਉਹਨਾਂ ਦੇ ਜਿਨ੍ਹਾਂ ਨਾਲ ਸੰਬੰਧਿਤ ਹੈ, ਹੁਣ ਕਿਸਾਨਾਂ ਨਾਲ ਸੰਬੰਧਿਤ ਇਹ ਮਸਲੇ ਸੀ, ਕਿਸੇ ਕਿਸਾਨ ਆਗੂ ਨੂੰ ਦੇਸ਼ 'ਚੋਂ ਬੁਲਾ ਕੇ ਕਿਸੇ ਨੂੰ ਨਹੀਂ ਉਹਨਾਂ ਦੀ ਰਾਏ ਲਈ ਗਈ। ਅਤੇ ਨਾਲ ਹੀ ਇਹ ਲੋਕ ਸਭਾ ਦੇ ਵਿੱਚ ਅਤੇ ਰਾਜ ਸਭਾ ਦੇ ਵਿੱਚ ਇਹ ਜ਼ਬਾਨੀ ਵੋਟਿੰਗ ਦੇ ਨਾਲ ਹੀ ਇਹਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਲੋਕਤੰਤਰ ਦਾ ਕਹਾਣ ਹੈ। ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਪੁਰਜ਼ੋਰ ਇਹਦਾ ਵਿਰੋਧ ਕਰਦੇ ਹਾਂ। ਇਹਨੂੰ ਪਲਟਾ ਕੇ ਰਹਾਂਗੇ। ਇਹ ਬਿੱਲ ਨਹੀਂ, ਇਹ ਕਾਨੂੰਨ ਨਹੀਂ, ਇਹ ਤੋਂ ਪਹਿਲਾਂ ਵੀ ਕਾਨੂੰਨ ਵਾਪਸ ਕਰਾਏ ਹਨ ਅਤੇ ਇਹਨੂੰ ਵੀ ਕਰਾ ਕੇ ਰਹਾਂਗੇ। ਇਹ ਸਾਨੂੰ ਪੂਰਨ ਭਰੋਸਾ ਹੈ।
ਦੋਸਤੋ ਇਹ ਸਨ ਸਾਡੇ ਨਾਲ ਸ਼ੰਭੂ ਰੇਲਵੇ ਲਾਈਨਾਂ ਤੇ ਬੈਠੇ ਕਿਸਾਨ। ਤੁਸੀਂ ਲਗਾਤਾਰ ਸਾਡੇ ਨਾਲ ਬਣੇ ਹੋਏ ਸੀ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਜਰੀਏ ਕਿਸਾਨੀ ਸੰਘਰਸ਼ ਕਿਵੇਂ ਤਿੱਖਾ ਹੁੰਦਾ ਜਾ ਰਿਹਾ, ਦਿਨ ਬ ਦਿਨ ਅੱਗੇ ਵਧਦਾ ਜਾ ਰਿਹਾ। ਕਿਸਾਨ ਇਸ ਗੱਲ ਤੇ ਅੜੇ ਹੋਏ ਨੇ ਕਿ ਕੇਂਦਰ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਕਿ ਆਰਡੀਨੈਂਸ ਜੋ ਲੈ ਕੇ ਆਏ ਸੀ ਉਹ 5 ਜੂਨ ਨੂੰ, ਜੋ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਕਾਨੂੰਨ ਬਣ ਗਏ ਨੇ, ਅਸੀਂ ਇਹਨਾਂ ਨੂੰ ਵਾਪਸ ਕਰਾ ਕੇ ਰਹਾਂਗੇ। ਕਿਸਾਨੀ ਤਾਂ ਪਹਿਲਾਂ ਸੰਘਰਸ਼ਾਂ ਦੇ ਵਿੱਚੋਂ, ਤੰਗੀਆਂ ਤੁਰਸ਼ੀਆਂ ਵਿੱਚੋਂ ਲੰਘ ਰਹੀ ਹੈ। ਜੇਕਰ ਇਹ ਵੀ ਹਮਲਾ ਹੋ ਜਾਂਦਾ ਤਾਂ ਕਿਸਾਨੀ ਬਿਲਕੁਲ ਰਸਾਤਲ ਵੱਲ ਚਲੀ ਜਾਊਗੀ, ਕਿਸਾਨੀ ਖਤਮ ਹੋ ਜਾਊ, ਕਿਸਾਨੀ ਦੀ ਹੋਂਦ ਖਤਮ ਹੋ ਜਾਊਗੀ। ਕਿਸਾਨੀ ਦੀ ਹੋਂਦ ਖਤਮ ਹੋਣ ਨਾਲ ਪੰਜਾਬ 'ਤੇ ਵੀ ਇੱਕ ਵੱਡਾ ਹਮਲਾ ਹੋਣਾ, ਕਿਉਂਕਿ ਕਿਸਾਨੀ ਨਾਲ ਹੀ ਹਰ ਤਬਕਾ ਜੁੜਿਆ ਹੋਇਆ ਹੈ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਧੰਨਵਾਦ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।